ਅੱਗੇ ਆ ਜਾ ਯਾਰ, ਉਹ ਬਾਹਰ ਤਾਂ ਆਂਦੇ अरे यार अरे अरे सॉरी 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 आ जाओ अरे यार सर ਪਹਿਲਾਂ ਤੁਸੀਂ ਆਪਣਾ ਡਿਸਪਲਿਨ ਕਰ ਲਓ, ਫਿਰ ਉਹ ਤੋਂ ਬਾਅਦ ਗੱਲ ਕਰਾਂਗੇ। सर ਪਹਿਲਾਂ ਤੁਸੀਂ ਤਾਂ ਸੈੱਟ ਹੋਵੋ, ਤੁਸੀਂ ਤਾਂ ਰੌਲਾ ਨਾ ਪਾਓ। एक मिनट रुको यार, रुको एक मिनट। हाँ जी शोर बंद करो प्लीज, सर आपकी आईडी आ रही है प्लीज। ਅੱਜ ਕੇਂਦਰੀ ਖੇਤੀ ਮੰਤਰੀ ਤੇ ਰੇਲਵੇ ਮੰਤਰੀ ਦੋਨੋਂ ਮੀਟਿੰਗ 'ਚ ਹਾਜ਼ਰ ਸੀ। ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਹਾਜ਼ਰ ਸੀ। ਲੰਬੀ ਡਿਸਕਸ਼ਨ ਹੋਈ। ਅਸੀਂ ਆਪਣਾ ਸਾਰਾ ਪੱਖ ਰੱਖਿਆ ਵੀ ਕਿਵੇਂ ਇਹ ਜਿਹੜੇ ਕਾਨੂੰਨ ਉਹਨਾਂ ਨੇ ਨਵੇਂ ਬਣਾਏ ਨੇ ਇਹ ਸਾਰੇ ਦੇਸ਼ ਦਾ ਨੁਕਸਾਨ ਕਰਨਗੇ। ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਏ। ਇਹ ਤੋਂ ਬਿਨਾਂ ਸਾਡੀ ਗੱਲ ਕਿਸੇ ਤਰ੍ਹਾਂ ਸਿਰੇ ਨਹੀਂ ਚੜ੍ਹਦੀ। ਗੱਲਬਾਤ ਵਧੀਆ ਮਾਹੌਲ 'ਚ ਹੋਈ ਔਰ ਫਿਰ ਇਹ ਫੈਸਲਾ ਹੋਇਆ ਵੀ ਇੱਕ ਮੀਟਿੰਗ ਵਿੱਚ ਫੈਸਲਾ ਹੋਣ ਵਾਲਾ ਨਹੀਂ, ਇਹਦੇ 'ਚ ਕਈ ਮੀਟਿੰਗਾਂ ਹੋਣਗੀਆਂ। ਅਗਲੀ ਮੀਟਿੰਗ 'ਚ ਫਿਰ ਇਹ ਮੁੱਦੇ ਨੂੰ ਜਦੋਂ ਹੁਣ ਫਿਰ 18 ਨੂੰ ਅਸੀਂ ਆਪਣੀ ਮੀਟਿੰਗ ਸੱਦੀ ਹੋਈ ਹੈ ਤੇ ਅੱਜ ਵਾਲੀ ਸਾਰੀ ਸਥਿਤੀ ਨੂੰ ਵਿਚਾਰਾਂਗੇ। ਰੇਲਾਂ ਉਸੇ ਤਰ੍ਹਾਂ ਬੰਦ ਰਹਿਣਗੀਆਂ ਤੇ ਸਾਰਾ ਅੰਦੋਲਨ ਉਸੇ ਤਰ੍ਹਾਂ ਜਾਰੀ ਰਹੂਗਾ। 26-27 ਨੂੰ ਵੀ ਅੰਦੋਲਨ ਜਿਹੜਾ ਉਹ ਜਾਰੀ ਰਹੂਗਾ। ਅਸੀਂ 18 ਤਰੀਕ ਨੂੰ ਫਿਰ ਇਹ ਸਾਰਾ ਵਿਚਾਰ ਕੇ ਅਗਲਾ ਫੈਸਲਾ ਉਹਦੇ 'ਚ ਲਵਾਂਗੇ। कोई सहमति नहीं बनी आज ਨਹੀਂ, ਦੋਨੋਂ ਤਰ੍ਹਾਂ ਨੇ ਆਪੋ ਆਪਣਾ ਪੱਖ ਰੱਖਿਆ। ਅਸੀਂ ਡਿਟੇਲ 'ਚ ਬਹੁਤਾ ਅਸੀਂ ਆਪਣਾ ਸਮਾਂ ਲਿਆ। ਟ੍ਰੇਨਸ ਬੰਦ ਰਹਿਣਗੀਆਂ ਜੀ, ਟ੍ਰੇਨਸ ਉਸੇ ਤਰ੍ਹਾਂ ਬੰਦ ਰਹਿਣਗੀਆਂ। ਬਹੁਤਾ ਅਸੀਂ ਆਪਣਾ ਪੱਖ ਰੱਖਿਆ। ਅਸੀਂ ਉਹਨਾਂ ਨੂੰ ਇੱਕ ਐਕਟ ਦੇ ਉੱਤੇ ਡਿਟੇਲ 'ਚ ਗੱਲ ਕੀਤੀ, ਕਿਵੇਂ ਉਹਨਾਂ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਸਾਰੀ ਵਿਸਥਾਰ 'ਚ ਗੱਲ ਕੀਤੀ ਤੇ ਉਹਦੇ ਨਾਲ ਹਾਲੇ ਉਹਨਾਂ ਨੇ ਕਿਹਾ ਵੀ ਇਹ ਦੁਬਾਰਾ ਫੇਰ ਬੈਠਣਾ ਪਊਗਾ ਕਿਉਂਕਿ ਇਹ ਬਹੁਤ ਵੱਡਾ ਮਸਲਾ ਹੈ। ਅਸੀਂ ਉਹਨਾਂ ਨੂੰ ਕਿਹਾ ਠੀਕ ਹੈ, ਜਿੱਦਣ ਬੁਲਾਓਗੇ ਅਸੀਂ ਫੇਰ ਆ ਜਾਵਾਂਗੇ। ਦੇਖੋ ਜੀ, ਬਹੁਤ ਬੜਾ ਮੁੱਦਾ ਹੈ, ਵੀ ਸਾਰੇ ਦੇਸ਼ ਦਾ ਮੁੱਦਾ ਹੈ। ਇਹ ਦੁਬਾਰਾ ਕਈ ਮੀਟਿੰਗਾਂ ਹੋਣਗੀਆਂ, ਫਿਰ ਉਹਦੇ ਬਾਅਦ ਇਹ ਮਸਲੇ ਦਾ ਕੋਈ ਹੱਲ ਨਿਕਲ ਸਕਦਾ ਹੈ। हाँ जी, अपना नाम बताइएगा पहले। बलवंत सिंह बहराम के जनरल सकत्तर पंजाब, भारतीय किसान यूनियन पंजाब। क्या बातचीत हुई है? देखो, असी अपना पक्ष रखिया जी। जिहड़ा मंत्री साहबाना कोले मंत्री साहबाना ने आपदा पक्ष रखिया हैगा ते जिहड़ा साडा घोल हैगा इदां जारी रहूगा ते जिहड़ियां ट्रेनां ने वो बंद रहणगीਆਂ। साडी 18 नवंबर ਨੂੰ किसान भवन चंडीगढ़ ਦੇ ਵਿੱਚ ਮੀਟਿੰਗ ਆ, ਉਹਦੇ ਵਿੱਚ ਵਿਚਾਰਧੀਨ ਸਾਰਾ ਕੁਝ ਰੱਖਿਆ, ਉੱਥੇ ਫੈਸਲਾ ਲਿਆ ਜਾਵੇਗਾ। ਅਜੇ ਤੱਕ ਸਾਡਾ ਜਿਹੜਾ ਫੈਸਲਾ ਹੈ ਇਸੇ ਤਰ੍ਹਾਂ ਪੈਂਡਿੰਗ ਰੱਖਿਆ ਗਿਆ। केंद्र सरकार की तरफ से क्या कहा गया है? ਕੇਂਦਰ ਸਰਕਾਰ ਦੀ ਤਰਫ ਸੇ ਕਿਹਾ ਗਿਆ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਠੀਕ ਮਾਹੌਲ ਦੇ ਵਿੱਚ ਅਸੀਂ ਮੀਟਿੰਗਾਂ ਕਰਦੇ ਰਹਾਂਗੇ। ਇਹ ਮੀਟਿੰਗ ਇਸੇ ਤਰ੍ਹਾਂ ਚੱਲਦੀ ਰਹੂਗੀ ਤੇ ਹੋ ਸਕਦਾ ਇੱਕ ਨਾ ਇੱਕ ਦਿਨ ਜਿਹੜਾ ਕਿਸਾਨਾਂ ਦਾ ਜਿਹੜਾ ਮਸਲਾ ਹੈਗਾ ਇਹਨੂੰ ਹੱਲ ਕੀਤਾ ਜਾ ਸਕੇ। ठीक है जी, मेरा नाम रजिंदर सिंह दीप सिंह वाला, मीत प्रधान किरती किसान यूनियन। और अज असी 30 जथेबंदियां वालों इत्थे केंद्र सरकार दे जिहड़े खेतीबाड़ी मंत्री आ और रेलवे मंत्री उन्हां नाल गलबात करन आए सीगे कि जो एक किसान अंदोलन चल रहा जो खेती कानूनों के खिलाफ कि खेती कानून जोड़े आ वो रद्द किए जान और MSP नूं जिहड़ा लीगल राइट बनाया जाए और खरीद की जिहड़ी गारंटी आ वो की जाए। पर ये ते लंबी जिहड़ी डिस्कशन हुई, केंद्र सरकार के मंत्रियों के कोले कोई दलील नहीं सी, कोई उन्हां कोले कोई जवाब नहीं सी कि वो जस्टिफाई कर सकते कि यह कानून ठीक आ। निरंतर किया गया, उन्होंने कोई जवाब नहीं सीगा। उस तो बाद दूजे दौर के साडा ये सी कि माल गड्डियां चलाओ, पंजाब की जिहड़ी तुसीं आर्थिक नाकाबंदी की है, पंजाब च ब्लैकआउट हो सकता, पंजाब के किसानों को खादां की जरूरत आ और पंजाब की इंडस्ट्री नूं जिहड़ी जरूरी समान की जिहड़ी जरूरत आ। दिवाली का त्यौहार आ रहा, पंजाब नूं आर्थिक मंदी च ना तक्को, जिहड़ियां फौरी ट्रेनां चलाओ। पर उन्होंने ये शर्त रखी कि तुसीं पैसेंजर ट्रेनां भी नाल चलाओ। असीं ये कहा कि तुसीं पहलां भी गलबात का माहौल नहीं बनाया गा, तुसीं इन्नियां शर्तां ठोसियां होईयां, फिर भी असीं संजीदा असीं गलबात करना है। तुसीं मसला हल करने की बजाय एक शर्त होर ठोस रहे हो, इस करके शर्त असीं जिहड़ियां नहीं मन्नांगे। असीं जिहड़ियां वो मन्नण तो इनकार करता, जिस करके गलबात जिहड़ी अज दा कोई सिट्टा जिहड़ा नहीं निकलेगा। आज जिस तरीके से बीजेपी के नेता भी बैठक में मौजूद रहे, कैसे देखते हो आप इसको? देखो, जो हिंदी में बोलूँ क्या पंजाबी में, ਜਿਹੜੇ ਪੰਜਾਬ ਦੇ बीजेपी लीडर आ ਉਹ क्योंकि पंजाब ਦੇ ਵਿੱਚ सियासी आधार खत्म ਹੁੰਦਾ जा रहा,
ਬੀਜੇਪੀ ਕੋਈ ਐਕਟੀਵਿਟੀ ਨਹੀਂ ਕਰਨ ਜੋਗੀਗੀ। ਬੀਜੇਪੀ ਦੀ ਜਿਹੜੀ ਉਹ ਖਾਤਮੇ ਵਾਲੇ ਪਾਸੇ ਆ। ਇਸ ਕਰਕੇ ਬੀਜੇਪੀ ਦੇ ਲੀਡਰ ਜਿਹੜੇ ਪੰਜਾਬ ਦੇ ਸਰਜੀਤ ਕੁਮਾਰ ਜਿਆਣੀ ਤੇ ਹੋਰ ਆ ਕੇ ਕੇਂਦਰੀ ਲੀਡਰਸ਼ਿਪ ਕੋਲੇ ਪਿੱਟਿਆ ਕਿ ਸਾਡੀ ਹਾਲਤ ਜਿਹੜੀ ਬਹੁਤ ਮੰਦੀ ਆ। ਉਹਦੇ ਵਿੱਚ ਜਿਹੜੀ ਇਹ ਮੀਟਿੰਗ ਸੀਗੀ ਉਹ ਨਿਕਲੀ ਸੀ, ਪਰ ਇਹਦੇ 'ਚ ਪੰਜਾਬ ਦੇ ਲੀਡਰਾਂ ਨੇ ਹੱਥ ਕੋਈ ਫੈਸਲਾ ਨਹੀਂ ਸੀਗਾ। ਫੈਸਲਾ ਜਿਹੜੀ ਕੇਂਦਰੀ ਮੰਤਰੀ ਆ ਉਹਨਾਂ ਨੇ ਕਰਨੇ ਸੀਗੇ ਤੇ ਉਹਨਾਂ ਮੰਤਰੀਆਂ ਨੇ ਕੋਈ ਫੈਸਲਾ ਜਿਹੜਾ ਉਹ नहीं कीता। 26-27 नवंबर को जो ट्रेन आंदोलन है वो जारी रहेगा? नहीं, 26-27 का मैं मेजर सिंह पुन्नावाल जनरल ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਜੋ 26 ਤੇ 27 ਦਾ ਕਿਸਾਨਾਂ ਦਾ ਦੇਸ਼ ਪੱਧਰ ਤੇ ਦਿੱਲੀ ਆਉਣ ਦਾ ਅੰਦੋਲਨ ਦਾ ਫੈਸਲਾ ਹੈਗਾ ਉਹਦੀ ਲਗਾਤਾਰ ਤਿਆਰੀ ਹੋ ਰਹੀ ਹੈ। ਉਹ ਐਜੀਟੇਸ਼ਨ ਹੋਏਗੀ, ਸਾਰੇ ਦੇਸ਼ 'ਚੋਂ ਕਿਸਾਨ ਦਿੱਲੀ ਆਉਣਗੇ, ਦਿੱਲੀ 2 ਦਿਨ ਡੇਰੇ ਲਾਉਣਗੇ ਔਰ ਸਰਕਾਰ ਨੂੰ ਮਜਬੂਰ ਕਰਨਗੇ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੇ ਲਈ। लेकिन जिस तरीके से अंदर बातचीत हुई है, लगता है कि कोई हल निकल पाएगा? ਦੇਖੋ ਕਿਸਾਨਾਂ ਨੂੰ ਬੁਲਾਇਆ ਗਿਆ, ਅਸੀਂ ਆਪਣਾ ਜਿਹੜਾ ਕੇਸ ਸੀ, ਆਪਣੀਆਂ ਮੰਗਾਂ ਸੀ ਲਿਖਤੀ ਤੌਰ ਤੇ ਉਹਨਾਂ ਨੂੰ ਜਿੱਥੇ ਦਿੱਤੀਆਂ ਨੇ ਉਹ ਬੜੀਆਂ ਦਲੀਲਾਂ ਦੇ ਤਹਿਤ ਸਰਕਾਰ ਨੂੰ ਕਿਹਾ ਗਿਆ ਵੀ ਜਿਹੜੇ ਕਾਨੂੰਨ ਤੁਸੀਂ 3 ਬਣਾਏ ਆ ਇਹ ਕਿਸਾਨ ਵਿਰੋਧੀ ਹੈ, ਇਹ ਸੂਬਿਆਂ ਦੇ ਅਧਿਕਾਰਾਂ ਤੇ ਸਾਪਾ ਲਾਉਂਦੇ ਆ, ਸੂਬਿਆਂ ਦੇ ਵੀ ਵਿਰੋਧੀ ਹੈ ਔਰ ਦੇਸ਼ ਦੀ ਅੰਨ ਸੁਰੱਖਿਆ ਲਈ ਵੀ ਖਤਰਾ ਹੈ, ਦੇਸ਼ ਦੇ ਲਈ ਵੀ ਖਤਰਾ ਹੈ। ਇਹਨਾਂ ਕਾਨੂੰਨਾਂ ਦੇ ਉੱਤੇ ਜਦੋਂ ਬਾਦਲੀਲ ਗੱਲ ਕਰੀ ਤਾਂ ਸਰਕਾਰ ਦੇ ਮੰਤਰੀਆਂ ਕੋਲੇ ਕੋਈ ਇਹਨਾਂ ਦਾ ਜਵਾਬ ਨਹੀਂ ਸੀਗਾ। ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਕਾਨੂੰਨਾਂ ਨੂੰ ਤੁਸੀਂ ਰੱਦ ਕਰੋ, ਇਹਦੇ ਨਾਲ ਹੀ ਜੋ ਪਰਾਲੀ ਦੇ ਉੱਤੇ ਆਰਡੀਨੈਂਸ ਜਾਰੀ ਕੀਤਾ 5 ਸਾਲ ਲਈ ਸਜ਼ਾ ਤੇ 1 ਕਰੋੜ ਰੁਪਈਆ ਉਹਨੂੰ ਰੱਦ ਕੀਤਾ ਜਾਵੇ, ਬਿਜਲੀ ਬਿੱਲ ਹੈ ਜਿਹੜਾ ਉਹਨੂੰ ਵੀ ਰੱਦ ਕੀਤਾ ਜਾਵੇ। ਆਪਣੇ ਸਾਰੀਆਂ ਮੰਗਾਂ ਦਾ ਉਹਨਾਂ ਨੂੰ ਦਿੱਤਾ ਹੈ। ਉਹਨਾਂ ਨੇ ਸਾਡੀਆਂ ਗੱਲਾਂ ਸੁਣਨ ਤੋਂ ਬਾਅਦ ਆਪਣੇ ਵੱਲੋਂ ਜੋ ਦਲੀਲਾਂ ਦਿੱਤੀਆਂ ਨੇ ਔਰ ਅਗਲਾ ਫੈਸਲਾ ਹੋਇਆ ਵੀ ਸਰਕਾਰ ਨੇ ਕਿਹਾ ਵੀ ਆਪਾਂ ਅਗਲੀ ਮੀਟਿੰਗ ਰੱਖਾਂਗੇ, ਅਗਲੀ ਮੀਟਿੰਗ ਦੇ ਵਿੱਚ ਇਹਨਾਂ ਮਸਲਿਆਂ ਨੂੰ ਡਿਸਕਸ ਕਰਨ ਤੋਂ ਬਾਅਦ ਕੋਈ ਫੈਸਲੇ ਤੇ ਪਹੁੰਚਾਂਗੇ। ਔਰ ਕਿਸਾਨ ਜਥੇਬੰਦੀਆਂ ਅਸੀਂ ਵੀ ਸਮਝਦੇ ਹਾਂ ਵੀ ਐਡੇ ਵੱਡੇ ਮਸਲੇ ਇੱਕ ਵਾਰੀ ਤੈਅ ਨਹੀਂ ਹੁੰਦੇ, ਇਹਨਾਂ ਲਈ ਵਾਰ-ਵਾਰ ਮੀਟਿੰਗਾਂ ਕਰਨੀਆਂ ਪੈਣਗੀਆਂ ਔਰ ਪ੍ਰਾਪਤੀ ਕਰਨੀ ਪੈਂਦੀ। ਮੰਤਰੀਆਂ ਦਾ ਕਿਸ ਤਰ੍ਹਾਂ ਦਾ ਰਵੱਈਆ ਰਿਹਾ ਇਸ ਵਾਰ, ਕੀ ਕਹਿਣਾ? ਦੇਖੋ ਮੀਟਿੰਗ ਕਿੰਨੇ ਘੰਟੇ ਚੱਲੀ ਆ, ਦੇਖੋ ਤੁਸੀਂ, ਬਲਕਿ ਸਵੇਰ ਤੋਂ ਬੈਠੇ ਅਸੀਂ 6 ਵਜ ਗਏ ਹੁਣ ਮੈਨੂੰ ਲੱਗਦਾ 6 ਵਜੇ ਤੱਕ ਮੀਟਿੰਗ ਚੱਲੀ ਹੈ। ਇਹਦਾ ਮਤਲਬ ਹੈ ਕਿ ਮੀਟਿੰਗ ਅਗਰ ਮੀਟਿੰਗ ਬ੍ਰੇਕ ਕਰਨੀ ਹੁੰਦੀ ਤਾਂ ਉਹ ਮੀਟਿੰਗ ਘੰਟੇ 'ਚ ਬ੍ਰੇਕ ਹੋ ਜਾਂਦੀ। ਮੀਟਿੰਗ ਅੱਛੇ ਮਾਹੌਲ 'ਚ ਹੋਈ ਹੈ, ਨੰਬਰ 1। ਨੰਬਰ 2, ਅਸੀਂ ਇਸ ਮੀਟਿੰਗ ਦੇ ਵਿੱਚ ਆਪਣੇ ਇੱਕ ਜੋ ਡਿਮਾਂਡ ਚਾਰਟਰ ਲੈ ਕੇ ਆਂਦਾ ਸੀ, ਉਸ ਡਿਮਾਂਡ ਚਾਰਟਰ ਦੀਆਂ 7 ਡਿਮਾਂਡ ਨੇ ਜਿਹੜੀਆਂ ਅਸੀਂ ਕੱਲੀ ਡਿਮਾਂਡ ਆ ਜਿਹੜੀ ਗਵਰਨਮੈਂਟ ਦੇ ਬਲਕਿ ਕੋਰਟ ਦੇ ਵਿੱਚ ਉਹਨੂੰ ਪਲੇਸ ਕਰਤਾ। 1 ਪਲੇਸ ही नहीं किया बल्कि उन्होंने अच्छी तरह एक्सप्लेन करता विद स्टैटिस्टिक्स और अपनी एक्सप्लेनेशन के जरिए वो 7 डिमांड्स को, जिसमें 3 कानून, बिजली बिल 2020, एनवायरनमेंट के लिए जो एयर क्वालिटी को लेकर कमीशन बना है उसके बारे में, MSP और प्रोक्योरमेंट के बारे में, डीजल के रेट्स 50% स्लैश करने के बारे में और जो किसानों के ऊपर पर्चे दर्ज हुए हैं, केस बने हैं और इंटेलेक्चुअल्स के ऊपर है उनको वापस लेने के लिए। तो ये 7 डिमांड्स हमने रखी और 7 डिमांड्स को एक्सप्लेन किया गया। कॉन्ट्रैक्ट एग्रीकल्चर और ये जो APMC एक्ट के बारे में और ये जो इसेंशियल कमोडिटीज़ एक्ट के बारे में काफ़ी डिटेल में डिस्कशन हुआ, जिसका सार तत्व ये है कि हमने ये कहा कि अब सरकार ने किसानों को, खेती को, ज़मीन बल्कि लैंड को कॉरपोरेट जो हाउसेस हैं उनके सामने रखने का ठान लिया है और रख दिया। ये कानून उनके लिए बने हैं। सेकेंडली हमने बोला कि ये जो स्टेट लिस्ट है कॉन्स्टिट्यूशन का, उसमें एग्रीकल्चर आता नहीं, एग्रीकल्चर आता है, ये ना ही कंकरेंट लिस्ट में आता है ना ही सेंट्रल लिस्ट में आता है। तो आपने जो कानून बनाए हैं ये एक्चुअली ट्रेडर्स के लिए बनाए हैं जो बेसिकली कॉरपोरेट हाउसेस का एक उनका लिंक में ही रहते हैं, छोटा ट्रेडर, बड़ा ट्रेडर, कॉरपोरेट हाउसेस। तो फाइनली हमारा ये कहना था कि हम इन जो एक्ट्स हैं इसको रिपील करने की डिमांड करते हैं। एंड इससे भी बड़ी बात जो हुई वो MSP और प्रोक्योरमेंट की गारंटी को लेकर काफ़ी डिटेल बात हुई। और मैं ये कहना चाहता हूँ आपके मीडिया के ज़रिए कि मोदी साहब ने भी कहा कि C2 50% हमने दे दिया है और तोमर जी कहते हैं कि हमने MSP की गारंटी की है और APMC भी चलेगा। तो हमने ये कहा कि अगर आप ये गारंटी देते हो, ऐलान करते हो, व्हाई डोंट यू मेक ए लॉ? आप इसको कानूनी लीगल राइट के तौर पर किसान का क्यों नहीं एक गारंटी करते कि पार्लियामेंट के दोनों सदनों में एक्ट बनाइए कि जो भी व्यापारी MSP से नीचे खरीदेगा उसको सज़ा होगी, नंबर 1। नंबर 2, जितनी भी पैदावार होगी वो मंडी में 100% उसकी परचेज होगी। सो इसको लेकर मैं ये कहना चाहता हूँ कि गवर्नमेंट के पास सचमुच में 5-7 मिनट कोई जवाब नहीं था। गवर्नमेंट इसको लेकर काफ़ी
शशोपंच में पड़ी कि सचमुच में, क्योंकि हम कोई बल्कि कोई इरेलीवेंट तो बात कर नहीं रहे थे, जो बात ऑन रिकॉर्ड है सेंट्रल गवर्नमेंट के मंत्रियों के या प्राइम मिनिस्टर के, जो उन्होंने बोला है वही चीज़ हम बोल रहे थे। तो इसको लेकर काफ़ी, तो अभी मैं कहना चाहता हूँ कि ये डिमांड्स को लेकर बात आगे चलेगी। बात आगे चलेगी का मतलब ये है कि कोई बात ऐसे हम बल्कि अगर क्वालिटी में देखा जाए तो सब मीडिया भी समझेगा, लोग भी समझेंगे कि ये बात से कुछ निकला नहीं है, ये सच बात है। इतना ही निकला है कि ये बातचीत आगे चलेगी। ये बातचीत आगे चल के इसको इस चीज़ को और इंटेंसिवली और कंक्रीटली और इसको बारीकी में बातचीत करके चीज़ों को सुलझाया जाएगा। और मैं ये मानता हूँ कि हमने जैसे आज डिस्कशन किया है चीज़ों के ऊपर, इसको आने वाले समय में जब भी सेंट्रल गवर्नमेंट हमको बुलाती है उसमें हम अपनी चीज़ों को रखते हुए उसको बैकफुट में जाने के लिए मजबूर करेंगे। दूसरा बात, ट्रेन्स के बारे में एक चर्चा हुआ जो आप भी पूछोगे। ट्रेन्स के बारे में हमने कहा कि हमने डिमांड किया कि गुड्स ट्रेन चलाओ आज ही। कल को दीपावली है, पंजाब के लोगों को ये एक आप तोहफा दीजिए, पंजाब के गुड्स ट्रेन चलाया है। लेकिन मुझे बहुत अफसोस है कि सेंट्रल गवर्नमेंट के रिप्रेजेंटेटिव वो अड़ गए इस बात के लेकर। आप पैसेंजर ट्रेन अलाउ करोगे तो हम गुड्स ट्रेन चलाएंगे। हमने आर्गूमेंट भी दिया कि हम जो हमारे किसान लोग हैं रेलवे स्टेशन के बाहर बैठे हैं उनको दूर हटा देंगे, एक। दूसरा, हम 18 तारीख को अपनी मीटिंग में पॉजिटिवली डिस्कस करेंगे इस मसले के लिए। तीसरा, हमने ये बोला कि देखिए इतने महीने से हमने ट्रेन्स को या किसी स्टेशन को एक आँच भी नहीं आने दी। और चौथा, हमने ये कहा कि गुड्स ट्रेन को चलाने, हाँ जो हमने किया है 18 को हम फैसला करेंगे। आप इस पर मत अड़िए, 18 तारीख में बहुत ज़्यादा दिन नहीं है। इसमें सेंट्रल गवर्नमेंट का बात भी हो रही है, अच्छा माहौल बन रहा है, आगे बातचीत करने के लिए माहौल बना रहे हैं आप। इसलिए गुड्स ट्रेन को आज चला दीजिए, क्योंकि गुड्स ट्रेन नहीं चल रही इसलिए पंजाब में काफ़ी चीज़ों का क्राइसिस बढ़ रहा है। और इसको लेकर किसानों के अंदर भी, पंजाब के लोगों के अंदर भी काफ़ी ज़्यादा गुस्सा लोग महसूस कर रहे हैं। प्लीज़ इसको देखिए। लेकिन उसको लेकर हमारा बातचीत जो सफल नहीं हुआ, ट्रेन्स नहीं चलेंगी। 18 को हम पंजाब के संगठनों की बैठक में इसके ऊपर विचार करेंगे। संघर्ष जारी रहेगा। टोल प्लाजा 100% बंद किए हुए हैं। रिलायंस कंपनी के पेट्रोल पंप बंद हैं। बहुत सारे शॉपिंग मॉल्स बंद किए हुए हैं। रिलायंस के जो टेलीफोन है सर्विसेज है उसका बायकॉट का कॉल दिया हुआ है। और बहुत सारे बीजेपी के जो नुमाइंदे हैं या उनके इलेक्टेड रिप्रेजेंटेटिव हैं, उनके दफ्तरों और घरों के सामने हमारे लोग बैठे हैं। और ये ऐलान है हमारा कि आने वाले दिनों में ऑल इंडिया में जो 26-27 का हमारा कॉल है दिल्ली चलो का, वो है, क्योंकि वो हिंदुस्तान के 500 से ज़्यादा संगठनों ने उसका कॉल दिया है। वो रहेगा, चलेगा। कल परसों कल ही बैठक की हमने पंजाब की, उसमें प्लान हुआ है hundreds and not hundreds, tens of thousands of ट्रैक्टर जो हैं पूरे पंजाब में आएंगे मार्च करते हुए, दिल्ली की तरफ बढ़ेंगे। सर, दिल्ली पुलिस ने परमिशन नहीं दी है। दिल्ली परमिशन नहीं है, ये नहीं दी है, ये सच है। इसकी हम भर्त्सना भी करते हैं। डीसीपी ने नहीं दी है। हम अभी उसका हमने चिट्ठी कल भेज दिया है टू द कमिश्नर पुलिस, एंड उसको हम लीगल एक्सपर्ट से पूछ भी रहे हैं कि उसको अगर हम कोर्ट में चैलेंज कर सके तो। ठीक है सर। ਜਿਸ ਦੀ ਸ਼ੁਰੂਆਤ ਸਾਡੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆ ਕੇ ਅਸੀਂ ਪਹਿਲਾਂ ਦਿਨਾਂ ਦੇ ਵਿੱਚ ਜੋ ਗੱਲਬਾਤ ਕੀਤੀ ਸੀ ਉਸ ਗੱਲਬਾਤ ਦੇ ਸਾਰਥਕ ਨਤੀਜੇ ਨਿਕਲੇ। ਕਿਸਾਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਤੇ ਅੱਜ ਸਾਰਾ ਦਿਨ ਜੋ ਗੱਲਬਾਤ ਹੋਈ ਆ, ਬਹੁਤ ਲੰਬੀ ਮੀਟਿੰਗ ਚੱਲੀ ਹੈ। ਔਰ ਸਾਡੇ ਤਿੰਨੋਂ ਮੰਤਰੀ ਸਾਹਿਬਾਨਾਂ ਨੇ ਉਸ ਸਾਰੀ ਮੀਟਿੰਗ ਦੇ ਵਿੱਚ ਬੈਠ ਕੇ ਜਿਸ ਢੰਗ ਦੇ ਨਾਲ ਕਿਸਾਨਾਂ ਨੂੰ ਸੁਣਿਆ, ਉਹਨਾਂ ਤੇ ਕਿਸਾਨਾਂ ਨੂੰ ਆਪਣੀ ਗੱਲ ਦੱਸੀ ਆ ਆਉਣ ਵਾਲੇ ਦਿਨਾਂ ਦੇ, ਕਿਉਂਕਿ ਜਿਹੜਾ ਮਸਲਾ ਇੱਕ ਮੀਟਿੰਗ ਦੇ ਵਿੱਚ ਹੱਲ ਹੋਣ ਵਾਲਾ ਮਸਲਾ ਨਹੀਂ ਸੀ ਹੈਗਾ। ਪਰ ਮੀਟਿੰਗ ਦਾ ਜੋ ਡੈਡਲੌਕ ਇੱਕ ਜਾਰੀ ਹੋਇਆ ਸੀਗਾ ਕਿ ਆਪਸ ਦੇ ਵਿੱਚ ਗੱਲਬਾਤ ਨਹੀਂ ਸੀ ਚੱਲ ਰਹੀ। ਸੋ ਉਸ ਮੀਟਿੰਗ ਦੇ ਲਈ ਉਹ ਜਿਹੜਾ ਅੱਜ ਮਾਹੌਲ ਬਣਿਆ, ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਅੱਛੇ ਰਿਜ਼ਲਟਸ ਆਉਣਗੇ। ਗੱਲਬਾਤ ਦੇ ਰਾਹੀਂ ਇਸ ਮਸਲੇ ਨੂੰ ਹੱਲ ਕਰਕੇ ਕਿਸਾਨਾਂ ਨੂੰ ਸੈਟੀਸਫਾਈ ਕਰਾ ਕੇ ਇਹ ਸਾਰਾ ਮਸਲਾ ਹੱਲ ਕੀਤਾ ਜਾਊਗਾ। ਉਹ ਉਹਨਾਂ ਦੀ ਆਪ ਦੀ ਜਥੇਬੰਦੀਆਂ ਦੀ ਰਾਏ ਹੈ। ਪਰ ਮੀਟਿੰਗ ਜਿਹੜੀ 6-7 ਘੰਟੇ ਚੱਲੀ ਹੈ, ਇੱਕ ਅੱਛੇ ਮਾਹੌਲ 'ਚ ਮੀਟਿੰਗ ਚੱਲੀ ਹੈ। ਔਰ ਜਿੰਨੀਆਂ ਸਮੱਸਿਆ ਸੀ ਕਿਸਾਨਾਂ ਨੇ ਆਪ ਦੀ ਬੜੇ ਵਿਵਾਕ ਤਰੀਕੇ ਨਾਲ ਅੱਜ ਸਰਕਾਰ ਦੇ ਸਾਹਮਣੇ ਰੱਖੀ ਹੈ। ਔਰ ਸਰਕਾਰ ਨੇ ਉਹਨਾਂ ਦੀ ਗੱਲ ਸੁਣੀ ਹੈ। ਔਰ ਸਰਕਾਰ ਨੇ ਵੀ ਆਪਣੀ ਗੱਲ ਜਿਹੜੀ ਹੈ ਬੜੇ ਵਿਸਤਾਰ ਨਾਲ, ਬੜੇ ਵਿਵਾਕ ਤਰੀਕੇ ਨਾਲ ਰੱਖੀ ਹੈ। ਯਾਨੀ ਕਿ ਵਾਰਤਾਲਾਪ ਜਿਹੜੀ ਹੈ ਬਹੁਤ ਅੱਛੀ ਹੋਈ ਹੈ।
ਔਰ ਮੀਟਿੰਗ ਜਿਹੜੀ ਹੈ ਅੱਛੇ ਮਾਹੌਲ 'ਚ ਹੋਈ ਹੈ। ਔਰ ਇਹ ਮੀਟਿੰਗ ਦਾ ਜਿਹੜਾ ਇੱਕ ਪਹਿਲੇ ਵੀ ਅਸੀਂ ਵੀ ਮੰਨਦੇ ਹਾਂ ਔਰ ਕਿਸਾਨ ਜਥੇਬੰਦੀਆਂ ਵੀ ਮੰਨਦੀ ਸੀ ਔਰ ਸਾਡੀ ਸਰਕਾਰ ਮੰਨਦੀ ਕਿ ਇੱਕ ਮੀਟਿੰਗ ਦੇ ਵਿੱਚ ਹੱਲ ਨਹੀਂ ਹੋਣਾ, ਇੱਕ ਮੀਟਿੰਗ ਹੋਰ ਹੋਏਗੀ। ਮੀਟਿੰਗ ਦੇ ਵਾਸਤੇ ਬੂਹੇ ਖੁੱਲੇ ਨੇ ਔਰ ਮੇਰੇ ਖਿਆਲ ਤੀਸਰੀ ਮੀਟਿੰਗ ਜਾ ਕੇ ਸਾਰਾ ਮਸਲੇ ਹੱਲ ਹੋ ਜਾਣਗੇ। ਕਹਿੰਦੇ ਕਿ ਪੰਜਾਬ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ, ਮੰਨਦੇ ਹੋ ਇਸ ਗੱਲ ਨੂੰ? ਦੇਖੋ ਗੱਲ ਸੁਣੋ, ਸਰਕਾਰ ਜਿਹੜੀ ਹੈ ਉਹਨਾਂ ਨੇ ਸਦਕੇ ਦੇਖੋ ਆਪ ਦੀ ਗੱਲ ਰੱਖਣਾ, ਸਰਕਾਰ ਨੇ ਆਪ ਦੀ ਗੱਲ ਰੱਖੀ ਮੀਟਿੰਗ ਹੈ। ਪਹਿਲਾਂ ਵੀ ਹੋ ਸਕਦੀ ਸੀ ਸਾਹਿਬ, ਕਿਉਂਕਿ 55 ਦਿਨਾਂ ਤੋਂ ਧਰਨਾ ਚੱਲ ਰਿਹਾ, ਪਹਿਲਾਂ ਮੀਟਿੰਗ ਹੋ ਸਕਦੀ ਸੀ। ਕਿਸਾਨ ਵੀ ਇਹ ਗੱਲ ਕਹਿੰਦੇ ਆ ਕਿ ਮੀਟਿੰਗ ਪਹਿਲਾਂ ਹੀ ਕਰ ਲੈਂਦੇ ਸੀ, ਨਹੀਂ ਪਹਿਲਾਂ ਹੀ ਆ ਚਲੋ ਜਾਂਦੇ। ਮੀਟਿੰਗ ਜਦੋਂ ਪਹਿਲਾਂ ਆਏ ਸੀ ਮੀਟਿੰਗ ਉਹਦੇ ਵਿੱਚ ਕਿਸ ਤਰ੍ਹਾਂ ਉਹ ਪਹਿਲੇ ਜਿਹੜੇ ਅਫਸਰਾਂ ਦੇ ਵਿੱਚ ਜਾ ਕੇ ਲੈਟਰ ਗਿਆ ਸੀ, ਆਏ ਸੀ, ਫਿਰ ਮੰਤਰੀ ਸਾਹਿਬ ਨੇ ਬਹਿਣਾ ਸੀਗਾ ਤਾਂ ਉਸ ਟਾਈਮ ਥੋੜਾ ਮਾਹੌਲ ਗਰਮ ਸੀ ਔਰ ਗਰਮ ਮਾਹੌਲ ਦੇ ਵਿੱਚ ਕਦੇ ਵੀ ਅੱਛਾ ਕੰਮ ਨਹੀਂ ਹੁੰਦਾ। ਠੰਡੇ ਮਾਹੌਲ ਦੇ ਵਿੱਚ ਔਰ ਇੱਕ ਦੂਸਰੇ ਦੀ ਆਪੀ ਗੱਲ ਆਰਾਮ ਨਾਲ ਸੁਣਾਂਗੇ। ਕਦੋਂ ਤੱਕ ਕਿਸਾਨਾਂ ਦੀ ਗੱਲ ਮੰਨੀ ਜਾਊਗੀ ਜਾਂ ਕਦੋਂ ਤੱਕ ਮੇਰੇ ਪੰਜਾਬ ਖਿਆਲ ਤੋਂ ਧਰਨੇ ਕਦੋਂ ਤੱਕ ਖਤਮ ਹੋ ਜਾਣਗੇ? ਦੂਸਰੀ ਮੀਟਿੰਗ 5-6 ਦਿਨਾਂ ਦੇ ਵਿੱਚ ਇਹਨਾਂ ਦੀ ਫਿਰ ਹੋ ਜਾਏਗੀ। ਮੀਟਿੰਗ 'ਚ ਨਤੀਜਾ ਨਿਕਲੂਗਾ ਕਿਉਂਕਿ 26 ਮਈ ਨੂੰ ਕਿਸਾਨਾਂ ਨੇ ਬਾਬਾ ਨਾਨਕ ਦਿੱਲੀ ਘੇਰਨ ਵਾਸਤੇ ਆਉਣਾ। ਬਾਬਾ ਨਾਨਕ ਸਭ ਕੁਝ ਠੀਕ ਕਰੂਗਾ। ਸਰ ਇੱਕ ਮਿੰਟ ਸਾਡੇ